ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਅੱਜ 21 ਜਨਵਰੀ ਹੈ। ਪੰਜਾਬੀ ਸੂਬਾ ਲਹਿਰ ਨੂੰ ਦਬਾਉਣ ਵਾਸਤੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡੀਸੀ ਰਾਹੀਂ 6 ਅਪ੍ਰੈਲ 1955 ਦੇ ਦਿਨ ਸ਼ਹਿਰ ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਪਾਬੰਦੀ ਲਾ ਦਿੱਤੀ। ਇਸ ਤੇ 10 ਮਈ ਨੂੰ ਅਕਾਲੀਆਂ ਨੇ ਮੋਰਚਾ ਲਾ ਦਿੱਤਾ। ਮੋਰਚੇ ਦੇ ਵਿੱਚ 12,000 ਤੋਂ ਵੱਧ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 138 ਦੇ ਵਿੱਚੋਂ 113 ਮੈਂਬਰ ਜੇਲ੍ਹ ਦੇ ਵਿੱਚ ਸਨ। 4 ਜੁਲਾਈ 1955 ਦੇ ਦਿਨ ਚੀਫ ਮਿਨਿਸਟਰ ਸੱਚਰ ਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵੀ ਭੇਜੀ, ਜਿਸ ਦੀ ਹਰ ਸਿੱਖ ਨੇ ਨਿੰਦਾ ਕੀਤੀ। ਇਸ ਤੇ 10 ਅਕਤੂਬਰ 1955 ਦੇ ਦਿਨ ਪੰਜਾਬ ਦੇ ਚੀਫ ਮਿਨਿਸਟਰ ਭੀਮ ਸੈਨ ਸੱਚਰ ਨੇ ਮੰਜੀ ਸਾਹਿਬ ਤੇ ਪੇਸ਼ ਹੋ ਕੇ 4 ਜੁਲਾਈ ਨੂੰ ਦਰਬਾਰ ਸਾਹਿਬ ਤੇ ਪੁਲਿਸ ਦੇ ਹਮਲੇ ਦੀ ਮੁਆਫੀ ਮੰਗੀ। ਉਂਝ ਉਸ ਦੀ ਇਸ ਕਾਰਵਾਈ ਕਰਕੇ ਕੁਝ ਕਾਂਗਰਸੀ ਉਸ ਦੇ ਖਿਲਾਫ ਹੋ ਗਏ ਅਤੇ ਉਸ ਦੀ ਚੀਫ ਮਿਨਿਸਟਰੀ ਖੁੱਸ ਗਈ। ਭੀਮ ਸੈਨ ਸੱਚਰ ਨੇ 14 ਜਨਵਰੀ 1956 ਦੇ ਦਿਨ ਅਸਤੀਫਾ ਦੇ ਦਿੱਤਾ। 21 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ ਬਣ ਗਿਆ। ਨਹਿਰੂ ਨੇ ਕੈਰੋਂ ਨੂੰ ਇਸ ਕਰਕੇ ਚੀਫ ਮਿਨਿਸਟਰ ਬਣਾਇਆ ਸੀ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਸਲਾਹ ਕੈਰੋਂ ਅਤੇ ਪੁਲਿਸ ਚੀਫ ਅਸ਼ਵਨੀ ਕੁਮਾਰ ਨੇ ਦਿੱਤੀ ਸੀ। ਇਸ ਦੇ ਨਾਲ ਨਹਿਰੂ ਨੂੰ ਯਕੀਨ ਹੋ ਗਿਆ ਸੀ ਕਿ ਕੈਰੋਂ ਦੇ ਅੰਦਰਲਾ ਸਿੱਖ ਮਰ ਚੁੱਕਿਆ। 21 ਜਨਵਰੀ 1992 ਹਰਪਿੰਦਰ ਸਿੰਘ ਗੋਲਡੀ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਜਰਨੈਲ ਸੀ। 1991 ਦੇ ਵਿੱਚ ਹਰਕਿਸ਼ਨ ਕਾਹਲੋਂ SSP ਦੇ ਮੁੰਡੇ ਨੂੰ ਖਾੜਕੂਆਂ ਨੇ ਕਤਲ ਕਰ ਦਿੱਤਾ। ਕਾਹਲੋਂ ਨੇ ਇਸ ਕਤਲ ਦੇ ਵਿੱਚ ਹਰਪਿੰਦਰ ਸਿੰਘ ਨੂੰ ਵੀ ਸ਼ਾਮਲ ਮੰਨਿਆ ਅਤੇ ਪੁਲਿਸ ਉਸ ਦੇ ਪਿੱਛੇ ਪਈ ਹੋਈ ਸੀ। ਹਰਪਿੰਦਰ ਸਿੰਘ ਗੋਲਡੀ ਜਸਵੰਤ ਸਿੰਘ ਦਾ ਪੁੱਤਰ ਸੀ। ਬੀਬੀ ਅਮਨਦੀਪ ਕੌਰ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਸੀ। ਅਕਤੂਬਰ 1991 ਦੇ ਵਿੱਚ ਉਸ ਦਾ ਵਿਆਹ ਜਸਵਿੰਦਰ ਸਿੰਘ ਸਰਾਮ ਪੁੱਤਰ ਸੁਰਜੀਤ ਸਿੰਘ, ਜੋ ਕਿ ਪਿੱਛੋਂ ਜੱਸੋਵਾਲ ਲੁਧਿਆਣਾ ਦਾ ਸੀ ਅਤੇ ਮਿਸੀਸਾਗਾ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ, ਉਸ ਦੇ ਨਾਲ ਹੋਇਆ ਸੀ। ਜਦ 24 ਅਕਤੂਬਰ 1991 ਦੇ ਦਿਨ ਉਹ ਆਪਣੇ ਵਿਆਹ ਨੂੰ ਰਜਿਸਟਰ ਕਰਵਾਉਣ ਵਾਸਤੇ ਰਾਮਪੁਰਾ ਫੂਲ ਦੇ ਤਹਿਸੀਲਦਾਰ ਦੇ ਕੋਲ ਗਏ ਤਾਂ ਪੁਲਿਸ ਨੇ ਉਹਨਾਂ ਦੋਹਾਂ ਪਤੀ ਪਤਨੀ ਅਤੇ ਅਮਨਦੀਪ ਕੌਰ ਦੇ ਬਾਪ ਜਸਵੰਤ ਸਿੰਘ ਨੂੰ ਚੁੱਕ ਲਿਆ ਅਤੇ ਫੂਲ ਥਾਣੇ ਦੇ ਵਿੱਚ ਲੈ ਗਈ, ਜਿੱਥੇ ਹਰਕਿਸ਼ਨ ਕਾਹਲੋਂ SSP, ਮੋਹਕਮ ਸਿੰਘ SP ਤੇ DSP ਔਲਖ ਵਗੈਰਾ ਬੈਠੇ ਹੋਏ ਸਨ। ਥਾਣੇ ਪਹੁੰਚਦਿਆਂ ਹੀ ਕਾਹਲੋਂ ਨੇ ਦੋਹਾਂ ਮਰਦਾਂ ਨੂੰ ਨੰਗਿਆਂ ਕਰਨ ਦਾ ਹੁਕਮ ਦੇ ਦਿੱਤਾ। ਇਸ ਮਗਰੋਂ ਅਮਨਦੀਪ ਕੌਰ ਦੇ ਸਾਰੇ ਗਹਿਣੇ ਲੁਹਾ ਲਏ ਅਤੇ ਸਾਰਿਆਂ ਦੀਆਂ ਜੇਬਾਂ ਵੀ ਖਾਲੀ ਕਰਵਾ ਲਈਆਂ। ਇਸ ਤੋਂ ਬਾਅਦ ਪੁਲਿਸ ਅਮਨਦੀਪ ਦੀ ਮਾਂ ਨੂੰ ਵੀ ਚੁੱਕ ਕੇ ਲੈ ਆਈ ਅਤੇ ਉਹਨਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ ਚੁੱਕ ਲਿਆ। 27 ਅਕਤੂਬਰ ਨੂੰ ਫਿਰ ਉਹਨਾਂ ਨੂੰ ਸਰਦੂਲਗੜ੍ਹ ਥਾਣੇ ਦੇ ਵਿੱਚ ਲਿਜਾਇਆ ਗਿਆ। ਇਸ ਤੋਂ ਮਗਰੋਂ ਉਹਨਾਂ ਨੂੰ ਫਿਰ ਰਾਮਪੁਰਾ ਥਾਣੇ ਦੇ ਵਿੱਚ ਲਿਜਾਇਆ ਗਿਆ ਅਤੇ 12 ਦਿਨ ਦੀ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ। 30 ਅਕਤੂਬਰ ਨੂੰ ਮੋਟੀ ਰਕਮ ਲੈ ਕੇ ਅਮਨਦੀਪ ਕੌਰ ਦੇ ਪਤੀ ਨੂੰ ਰਿਹਾ ਕਰਕੇ ਕੈਨੇਡਾ ਭੱਜ ਜਾਣ ਵਾਸਤੇ ਕਿਹਾ ਅਤੇ ਹੁਕਮ ਦਿੱਤਾ ਕਿ ਅਮਨਦੀਪ ਕੌਰ ਦੇ ਨਾਲ ਆਪਣਾ ਵਿਆਹ ਖਤਮ ਸਮਝੇ। ਇਸ ਤੋਂ ਮਗਰੋਂ ਉਹਨਾਂ ਤਿੰਨਾਂ ਅਮਨਦੀਪ, ਉਸ ਦੇ ਮਾਂ ਤੇ ਬਾਪ ਨੂੰ ਬੋਹਾ ਥਾਣੇ ਦੇ ਵਿੱਚ ਰੱਖਿਆ। ਅਖੀਰ 30 ਨਵੰਬਰ ਨੂੰ ਸਵਾ ਮਹੀਨੇ ਪਿੱਛੋਂ ਉਹਨਾਂ ਤੇ ਇੱਕ ਝੂਠਾ ਕੇਸ ਦਰਜ ਕਰਕੇ ਚਾਰਜ ਕਰ ਦਿੱਤਾ ਗਿਆ, ਜਿਸ ਦੇ ਵਿੱਚ ਮਗਰੋਂ ਅਮਨਦੀਪ ਕੌਰ ਦੀ ਜ਼ਮਾਨਤ ਹੋ ਗਈ। 21 ਜਨਵਰੀ 1992 ਦੀ ਸ਼ਾਮ ਨੂੰ 7:30 ਵਜੇ ਕਾਹਲੋਂ ਦੇ ਭੇਜੇ ਪੁਲਿਸੀਆਂ ਨੇ ਉਹਨਾਂ ਦੇ ਘਰ ਜਾ ਕੇ ਅਮਨਦੀਪ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮਗਰੋਂ 25 ਜੂਨ 1992 ਦੇ ਦਿਨ ਹਰਪਿੰਦਰ ਸਿੰਘ ਗੋਲਡੀ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 31 ਅਗਸਤ 1995 ਦੇ ਦਿਨ ਪੰਜਾਬ ਦੇ ਉਦੋਂ ਦੇ ਚੀਫ ਮਿਨਿਸਟਰ ਬੇਅੰਤ ਸਿੰਘ ਨੂੰ ਦਿਲਾਵਰ ਸਿੰਘ ਨੇ ਇਨਸਾਨੀ ਬੰਬ ਬਣ ਕੇ ਉਡਾ ਦਿੱਤਾ ਸੀ। ਇਸ ਕੇਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਜ਼ਾਹਰ ਕੀਤਾ ਕਿ ਉਸ ਦੇ ਐਕਸ਼ਨ ਪਿਛੋਕੜ ਦੇ ਵਿੱਚ ਗੋਲਡੀ ਅਤੇ ਉਸ ਦੇ ਪਰਿਵਾਰ ਦੇ ਨਾਲ ਕੀਤਾ ਜ਼ੁਲਮ ਵੀ ਸ਼ਾਮਲ ਸੀ। 21 ਜਨਵਰੀ 2014 ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਅਤੇ ਫੈਸਲੇ ਵਿੱਚ ਕਿਹਾ ਕਿ ਉਹਨਾਂ ਵੱਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਰਕੇ ਕੈਦੀ ਦੀ ਮਾਨਸਿਕ ਹਾਲਤ ਕਰਕੇ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।